ਬਾਬਾ ਦੀਪ ਸਿੰਘ ਪਬਲਿਕ ਸਕੂਲ ਬੇਗੇਪੁਰ ਦੇ YouTube ਚੈਨਲ 'ਤੇ ਆਪ ਜੀ ਦਾ ਸਵਾਗਤ ਹੈ। ਸੋ ਅੱਜ ਅਸੀਂ ਕਰਾਂਗੇ ਐਕਸਰਸਾਈਜ਼ ਕਲਾਸ 8th ਦੀ ਇੰਗਲਿਸ਼ ਦੀ ਜਿਹੜੀ ਬੁੱਕ ਆ ਮੇਨ ਕੋਰਸ ਬੁੱਕ, ਉਹਦਾ ਲੈਸਨ ਜਿਹੜਾ ਹੈਗਾ ਸਟੋਰੀ, ਜਿਹੜੀ ਸੈਕੰਡ ਲੈਸਨ ਉਹਦਾ ਨਾਂ ਹੈ ਸੇ ਨੋ। ਸੇ ਨੋ ਦੀ ਜਿਹੜੀ ਐਕਸਰਸਾਈਜ਼ ਆ, ਅਸੀਂ ਉਹਦਾ ਪਿਛਲੇ ਲੈਕਚਰ ਦੇ ਵਿੱਚ ਜਿਹੜਾ ਅਸੀਂ ਸਟੋਰੀ ਪੜ੍ਹ ਚੁੱਕੇ ਹਾਂ। ਹੁਣ ਉਹਦੀ ਅੱਜ ਅਸੀਂ ਐਕਸਰਸਾਈਜ਼ ਕਰਾਂਗੇ। ਸੋ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ। ਸੋ ਦੇਰ ਆਰ ਸਮ ਡਿਫੀਕਲਟ ਵਰਡਸ ਐਂਡ ਦੇਅਰ ਮੀਨਿੰਗਸ। ਸੋ ਲੁੱਕ ਐਟ ਯੂਰ ਸਕਰੀਨ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਜਿਹੜੇ ਸਾਡੇ ਕੋਲ ਡਿਫੀਕਲਟ ਵਰਡ ਨੇ, ਫੇਵਰੇਟ। ਫੇਵਰੇਟ ਜਿਵੇਂ ਅਸੀਂ ਕਹਿੰਦੇ ਹਾਂ ਇਹ ਚੀਜ਼ ਮੇਰੀ ਫੇਵਰੇਟ ਆ, ਐਪਲ ਇਜ਼ ਮਾਈ ਫੇਵਰੇਟ ਫਰੂਟ। ਗੈਟ ਅਵੇ ਵਿਦ, ਟੂ ਡੂ ਸਮਥਿੰਗ ਰੋਂਗ ਐਂਡ ਨਾਟ ਬੀ ਪਨਿਸ਼ਡ। ਜਿਵੇਂ ਗੋਪਾਲ ਕਰਦਾ ਸੀ ਨਾ, ਉਹਦੇ 'ਚ ਸਟੋਰੀ 'ਚ ਅਸੀਂ ਪੜ੍ਹਿਆ ਕਿ ਕੋਈ ਚੀਜ਼ ਇਨਸਾਨ ਚੀਟਿੰਗ ਵੀ ਕਰੇ ਅਤੇ ਉਹਨੂੰ ਸਜ਼ਾ ਵੀ ਨਾ ਮਿਲੇ, ਇਹੋ ਜਿਹਾ ਕੰਮ ਕਰਨ ਨੂੰ ਕਹਿੰਦੇ ਆ ਗੈਟ ਅਵੇ ਵਿਦ। ਡੋਂਟ ਚੀਟ, ਯੂ ਵਿਲ ਨੈਵਰ ਗੈਟ ਅਵੇ ਵਿਦ ਇਟ ਹੇਅਰ, ਨਹੀਂ ਤਾਂ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ। ਗੈਟ ਦਾ ਬੈਟਰ ਆਫ, ਗੈਟ ਦਾ ਬੈਟਰ ਆਫ, ਕਿਸੇ ਨੂੰ ਹਰਾਉਣਾ, ਕਿਸੇ ਨੂੰ ਮਾਤ ਪਾ ਦੇਣੀ। ਆਈ ਆਲਵੇਜ਼ ਗੈਟ ਦਾ ਬੈਟਰ ਆਫ ਹਿਮ ਵੈਨ ਹੀ ਟਰਾਈਜ਼ ਟੂ ਬੀ ਫੂਲ ਮੀ। ਮੈਂ ਉਹਨੂੰ ਹਰਾ ਦਿੰਦਾ ਜਦੋਂ ਵੀ ਮੈਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ। ਕੰਪਲੀਟਲੀ, ਫੁੱਲੀ, ਸ਼ੀ ਵਾਜ਼ ਕੰਪਲੀਟਲੀ ਅਬਜ਼ੋਰਬਡ ਇਨ ਹਰ ਵਰਕ। ਉਹ ਆਪਣੇ ਕੰਮ ਦੇ ਵਿੱਚ ਪੂਰੀ ਤਰ੍ਹਾਂ ਅਬਜ਼ੋਰਬ ਦਾ ਮਤਲਬ ਖੁੱਭ ਗਈ ਸੀ। ਵਿਟੀ, ਇੰਟੈਲੀਜੈਂਟ, ਕੁਇਕ ਟੂ ਆਨਸਰ, ਜਿਹੜੇ ਚਲਾਕ, ਚੁਸਤ ਚਲਾਕ ਹੁੰਦੇ ਆ ਉਹਨਾਂ ਨੂੰ ਵਿਟੀ ਕਹਿੰਦੇ ਆ। ਹੀ ਇਜ਼ ਵਿਟੀ ਟਾਕ ਆਲਵੇਜ਼ ਮੇਕ ਮੀ ਲਾਫ। ਗਿਗਲ, ਲਾਫ ਇਨ ਏ ਸਿਲੀ ਮੈਨਰ, ਮੂਰਖਾਂ ਵਾਂਗੂ ਹੱਸਣਾ, ਗਿਗਲ ਕਹਿੰਦੇ ਆ। ਦ ਗਰਲਜ਼ ਗਿਗਲਡ ਐਟ ਹਿਜ਼ ਜੋਕ, ਮੂਰਖਾਂ ਵਾਂਗੂ ਹੱਸਣਾ, ਸਿਲੀ ਮੈਨਰ ਦੇ ਵਿੱਚ ਹੱਸਣਾ। ਅਪਰਚੁਨਿਟੀ, ਚਾਂਸ। ਹੀ ਡਿਡ ਨਾਟ ਅਵੇਲ ਹਿਮਸੈਲਫ ਆਫ ਦੈਟ ਗੁੱਡ ਅਪਰਚੁਨਿਟੀ। ਇੰਸਟਰਕਸ਼ਨਸ, ਡਾਇਰੈਕਸ਼ਨ ਦੇਣੀ, ਕਿਸੇ ਨੂੰ ਗਾਈਡ ਕਰਨਾ। ਯੂ ਸ਼ੁੱਡ ਫਾਲੋ ਦਾ ਇੰਸਟਰਕਸ਼ਨਸ ਕੇਅਰਫੁਲੀ। ਸੋ ਇਹ ਸੀ ਤੁਹਾਡੇ ਜਿਹੜੇ ਵਰਡ ਐਂਡ ਜਿਹੜੇ ਉਹਨਾਂ ਦੇ ਨਾਲ ਦੇ ਮੀਨਿੰਗ ਸੀਗੇ, ਡਿਫੀਕਲਟ ਵਰਡ ਦੇ ਮੀਨਿੰਗ ਅਤੇ ਨਾਲ ਉਹਨਾਂ ਦੇ ਸੈਂਟੈਂਸ ਸੀ। ਇਹ ਸਟੋਰੀ ਹੈਗੀ ਆ ਤੁਹਾਡੀ ਸੇ ਨੋ, ਉਹਦੀ ਐਕਸਰਸਾਈਜ਼ ਆਪਾਂ ਕਰ ਰਹੇ ਹਾਂ। ਸੋ ਇਹਨਾਂ ਚੀਜ਼ਾਂ ਨੂੰ ਨੋਟ ਕਰਨਾ। ਨੈਕਸਟ ਆਪਾਂ ਕਰਦੇ ਹਾਂ ਟਿਕ ਦਾ ਕਰੈਕਟ ਆਨਸਰ। ਸਟੋਰੀ ਦੇ ਮੁਤਾਬਕ ਸਾਰਿਆਂ ਨੇ ਆਪਾਂ ਸਟੋਰੀ ਪੜ੍ਹੀ ਆ, ਅਸੀਂ ਦੇਖਦੇ ਹਾਂ ਕਿ ਇਹਨਾਂ ਦੇ ਵਿੱਚੋਂ ਜਿਹੜੀ ABC ਆਪਸ਼ਨ ਦਿੱਤੀ ਹੈ, ਇਹਦੇ ਵਿੱਚੋਂ ਕਰੈਕਟ ਆਨਸਰ ਜਿਹੜਾ ਉਹ ਕਿਹੜਾ। ਗੋਪਾਲ ਦਾ ਬਾਰਬਰ ਵਾਜ਼ ਵੈਰੀ ਕਾਇੰਡ, ਵਿਟੀ, ਜੈਲਸ। ਵਿਟੀ, ਵਿਟੀ ਸੀ, ਸਿਆਣਾ ਸੀ। ਦ ਕੋਰਟੀਅਰਸ ਟਰਾਈਡ ਦੇਅਰ ਬੈਸਟ ਟੂ ਮੇਕ ਗੋਪਾਲ ਲੁੱਕ ਏ ਫੂਲ ਬਿਕੋਜ਼ ਦੇ ਵਰ ਜੈਲਸ ਆਫ ਗੋਪਾਲ। ਦੇ ਵਾਂਟਡ ਟੂ ਸੇਵ ਦ ਕਿੰਗ, ਦੇ ਵਾਂਟਡ ਟੂ ਬਿਕਮ ਵਿਟੀ ਦੈਮਸੈਲਵਸ। ਇਹਦੇ ਵਿੱਚੋਂ ਇਹ ਆਏਗਾ ਦੇ ਵਰ ਜੈਲਸ ਆਫ ਗੋਪਾਲ। ਗੋਪਾਲ ਨਾਲ ਜੈਲਸ ਸੀਗੇ, ਈਰਖਾ ਕਰਦੇ ਸੀ ਸਾਰੇ। ਦ ਮਿਨਿਸਟਰਸ ਬਿਲੀਵਡ ਦੈਟ ਗੋਪਾਲ ਗਟ ਅਵੇ ਵਿਦ ਸੋ ਮੈਨੀ ਥਿੰਗਸ ਬਿਕੋਜ਼ ਹੀ ਵਾਜ਼ ਵੈਰੀ ਕਲੈਵਰ। ਦ ਕਿੰਗ ਲਵਡ ਹਿਮ। ਜਾਂ ਨੈਕਸਟ ਹੈਗਾ ਦ ਕਿੰਗ ਸੈਡ ਯੈਸ ਟੂ ਵਟ ਐਵਰ ਹੀ ਸੈਡ। ਵੈਸੇ ਤਾਂ ਸਾਰੇ ਹੀ ਠੀਕ ਆ ਇਹਦੇ, ਬਟ ਮੋਸਟਲੀ ਜਿਹੜਾ ਆਪਾਂ ਇੱਥੇ ਨੂੰ ਟਿਕ ਕਰਾਂਗੇ, ਜ਼ਿਆਦਾ ਇਹਦੇ ਚਾਂਸ ਨੇ ਕਿ ਕਿੰਗ ਜਿਹੜਾ ਹਰ ਵਾਰੀ ਜੋ ਵੀ ਕਹਿੰਦਾ ਸੀ ਉਹਨੂੰ ਯੈਸ ਕਹਿ ਦਿੰਦਾ ਸੀ। ਗੋਪਾਲ ਵਾਜ਼ ਸਰਪ੍ਰਾਈਜ਼ਡ ਬਿਕੋਜ਼, ਕਿਵੇਂ ਹੈਰਾਨ ਹੋਇਆ ਗੋਪਾਲ। ਦ ਕੋਰਟੀਅਰਸ ਵਰ ਜੈਲਸ ਆਫ ਹਿਮ, ਇਸ ਕਰਕੇ। ਦ ਕਿੰਗ ਹੈਡ ਨੈਵਰ ਸੈਡ ਨੋ ਟੂ ਹਿਮ, ਇਸ ਕਰਕੇ। ਅਤੇ ਜਾਂ ਫਿਰ ਦ ਕਿੰਗ ਵਾਜ਼ ਸੇਇੰਗ ਨੋ ਟੂ ਵਟ ਐਵਰ ਹੀ ਸੈਡ, ਇਸ ਕਰਕੇ। ਕਿੰਗ ਨੇ ਜਿਹੜੀ ਵੀ ਉਹ ਗੱਲ ਕਰਦਾ ਸੀ ਉਹਦੇ ਤੋਂ ਹੀ ਉਹ ਗੋਪਾਲ ਨੂੰ ਨਾ ਕਹਿ ਦਿੰਦਾ ਸੀ, ਇਸ ਕਰਕੇ ਗੋਪਾਲ ਜਿਹੜਾ ਉਹ ਹੈਰਾਨ ਹੋ ਗਿਆ। ਦ ਕੋਰਟੀਅਰਸ ਵਰ ਹੈਪੀ ਐਟ ਦ ਥਾਟ ਆਫ, ਕੀ ਚੀਜ਼ ਸੋਚ ਕੇ ਉਹ ਖੁਸ਼ ਹੋਏ ਸੀ ਕਿ ਗੋਪਾਲ ਨੂੰ ਮੂਰਖ ਬਣਾ ਲਿਆ। ਸੇਇੰਗ ਨੋ ਟੂ ਵਟ ਐਵਰ ਗੋਪਾਲ ਸੈਡ। ਜਾਂ ਫਿਰ ਗੈਟਿੰਗ 500 ਗੋਲਡ ਕੋਇਨਸ ਈਚ, ਇਸ ਗੱਲ ਨੂੰ ਸੋਚ ਕੇ ਉਹ ਬੜੇ ਖੁਸ਼ ਹੋਏ ਕਿ ਜਿਹੜਾ ਉਹਨਾਂ ਨੂੰ 500 ਜਿਹੜੀਆਂ ਵਾ ਮਿਲਣਗੇ ਜਿਹੜੇ ਹੈਗੇ ਆ ਸੋਨੇ ਦੇ ਸਿੱਕੇ ਮਿਲਣਗੇ। ਕੰਪਲੀਟ ਈ ਸੈਂਟੈਂਸ ਐਨੀ ਵੇ ਯੂ ਲਾਈਕ।
ਇਹਨਾਂ ਨੂੰ ਆਪਾਂ ਟਰਾਈ ਕਰਦੇ ਹਾਂ। ਗੋਪਾਲ ਨੋਟਿਸਡ that ministers were jealous of him. Gopal requested the king to ਕੀ ਕਹਿ ਸਕਦੇ ਹਾਂ to get something. हाँ, Gopal requested to the king to give 500 gold coins to each of the ministers. The king never said no to Gopal. Gopal knew that the courtiers were making some dirty plan. The ministers and the courtiers were so happy. The ministers and the courtiers had to admit that that Gopal was really witty and clever person. ਸੋ ਇਹ ਸੈਂਟੈਂਸ ਤੁਸੀਂ ਆਪਣੇ ਤੌਰ 'ਤੇ ਵੀ ਬਣਾ ਸਕਦੇ ਹੋ। ਜ਼ਰੂਰੀ ਨਹੀਂ ਕਿ ਜਿਹੜੇ ਮੈਂ ਬੋਲੇ ਆ ਇਸ ਤਰੀਕੇ ਨਾਲ ਬਣਾਉਣੇ ਆ। ਇਹਨਾਂ ਸੈਂਟੈਂਸਸ ਨੂੰ ਤੁਸੀਂ ਆਪਣੇ ਜੋ ਵੀ ਤੁਹਾਨੂੰ ਠੀਕ ਲੱਗਦਾ ਉਹਦੇ ਮੁਤਾਬਕ ਸੈਂਟੈਂਸ ਨੂੰ ਕੰਪਲੀਟ ਕਰਨਾ, ਚਾਹੇ ਉਹ ਸਟੋਰੀ ਨਾਲ ਰਲਦਾ ਹੋਵੇ ਚਾਹੇ ਨਾ ਰਲਦਾ ਹੋਵੇ, ਕੋਈ ਇਸ਼ੂ ਨਹੀਂ। ਵੋਕੈਬਲਰੀ ਐਨਰਿਚਮੈਂਟ, ਜਿਹੜੀ ਸਾਡੇ ਕੋਲ ਦੋ ਕਾਲਮ ਨੇ, ਮੈਚ ਦਾ ਵਰਡਸ ਇਨ ਕਾਲਮ ਏ ਵਿਦ ਵਰਡਸ ਇਨ ਕਾਲਮ ਬੀ, ਦੈਟ ਮੀਨਸ ਆਲਮੋਸਟ ਦਾ ਸੇਮ। ਦੋਵਾਂ ਦੇ ਜਿਹੜੇ ਮੀਨਿੰਗ ਆ ਉਹ ਲਗਭਗ ਸੇਮ ਆ। ਸੋ ਅਸੀਂ ਦੇਖਦੇ ਹਾਂ ਕਿ ਬੀ ਦੇ ਵਿੱਚ ਕਿਹੜੇ ਕਿਹੜੇ ਵਰਡ ਨੇ ਜਿਹੜੇ ਇਹ ਨਾਲ ਮੈਚ ਕਰਨਗੇ। ਸੈਡ ਦਾ ਮਤਲਬ ਅਨਹੈਪੀ, ਯੈਸ, ਜਿਹੜਾ ਅਨਹੈਪੀ ਉਹਨੂੰ ਸੈਡ ਕਹਿੰਦੇ ਆ। ਵਿਟੀ ਹੁੰਦਾ ਇੰਟੈਲੀਜੈਂਟ, ਵਿਟੀ ਇੰਟੈਲੀਜੈਂਟ। ਗਿਗਲ ਲਾਫ, ਹੱਸਣਾ। ਰਿਵਾਰਡ ਪ੍ਰਾਈਜ਼। ਬਿਲੀਵ ट्रस्ट विश्वास करना। फेवरेट डार्लिंग मन भाउंदा। कंप्लीटली फुली तो इमीडिएटली उस वेले क्विकली। सो ये सी कॉलम ए तो कॉलम बी की मैचिंग की आपां उन्होंने जोड़े आलमोस्ट सेम मीनिंग सी उन्होंने नाल। सो नैक्सट कहते फिल इन द ब्लैंक्स विद द वर्ड्स गिवन। आ जोड़े साडे कोल वर्ड्स ने यू कैन सी देयर आर सम वर्ड्स इन दिस बॉक्स। असी ये जिहड़ियां ब्लैंक्स इन्हां नूं फिल करना। ये जिहड़े वर्ड सानूं दिते गए इन्हां दे नाल। रमन वाज द फेवरेट ऑफ किंग। इत्थे असीं इहदी मार्किंग कर लैंदे आ 1 2 3 4 5 6 7 8 and 9। Favorite 1, he was the most trusted, he was the most trusted courtier 2, and the king had full confidence 3 confidence in him। All the important issues were discussed with him। he was rewarded 5 ਉਹਨੂੰ ਇਨਾਮ ਦਿੱਤਾ ਜਾਂਦਾ ਸੀ। handsomely by the king every now and then। this made the other courtiers jealous of them 6 jealous of them। the king had dash this jealousy many a time noticed ਆਊਗਾ ਇੱਥੇ ਕਿੰਗ ਨੇ ਨੋਟਿਸ ਕੀਤਾ ਸੀ ਬਹੁਤ ਵਾਰੀ। but said nothing once they all made a plan। yes ਉਹਨਾਂ ਨੇ ਇੱਕ ਵਾਰੀ ਪਲਾਨ ਬਣਾਈ। ਕੀ ਕਰਨ ਦੀ ਪਲਾਨ ਬਣਾਈ? to get rid of him ਉਹਦੇ ਕੋਲੋਂ ਛੁਟਕਾਰਾ ਪਾਉਣ ਦੀ। to get rid of him। ਸੋ ਇਹ ਸੀ ਜਿਹੜੇ ਬਲੈਂਕਸ। ਉਹ ਸਾਰੀ ਸਟੋਰੀ ਲਗਭਗ ਉਹਦੇ ਵਿੱਚ ਹੀ ਆ ਜਾਂਦੀ, ਛੋਟੀ ਜੀ ਪੈਰੇ ਦੇ ਵਿੱਚ ਹੀ। ਬਲੈਂਕਸ ਜਿਹੜੀਆਂ ਖਾਲੀ ਥਾਵਾਂ ਦਿੱਤੀਆਂ ਸੀ ਉਹਨਾਂ ਨੂੰ ਅਸੀਂ ਜਿਹੜੇ ਬਾਕਸ ਦੇ ਵਿੱਚ ਵਰਡ ਦਿੱਤੇ ਸੀ ਉਹਨਾਂ ਨੂੰ ਚੂਜ਼ ਕਰਕੇ ਉਹਦੇ ਵਿੱਚ ਅਸੀਂ ਫਿਲ ਕੀਤਾ। ਸੋ ਲਾਸਟ 'ਤੇ ਅਸੀਂ ਦੇਖਦੇ ਹਾਂ ਕਹਿੰਦੇ ਕਿ ਰਾਈਟ ਈਚ ਵਰਡ ਇਨ ਦਾ ਕਰੈਕਟ ਗਰੁੱਪ।
ਸੋ ਦੇਰ ਆਰ 3 ਗਰੁੱਪਸ ਨਾਊਨ ਵਰਬ ਐਂਡ ਐਡਜੈਕਟਿਵ। ਅਸੀਂ ਇਹਨਾਂ ਵਿੱਚੋਂ ਜਿਹੜਾ ਬਾਕਸ ਆ, ਇਹ ਬਾਕਸ ਜਿਹੜਾ ਇਹਦੇ ਵਿੱਚ ਜਿਹੜੇ ਵਰਡ ਦਿੱਤੇ ਗਏ ਨੇ ਇਹ ਚੂਜ਼ ਕਰਨੇ ਆ ਕਿ ਇਹ ਨਾਊਨ ਦੇ ਵਿੱਚ ਆਉਂਦੇ ਆ, ਵਰਬ ਦੇ ਵਿੱਚ ਆਉਂਦੇ ਆ ਜਾਂ ਐਡਜੈਕਟਿਵ ਦੇ ਵਿੱਚ ਆਉਂਦੇ ਆ। ਸੋ ਲੈਟ ਅਸ ਸੀ ਕੀ ਆਉਂਦਾ। ਏਬਲ, ਏਬਲ ਦਾ ਮਤਲਬ ਯੋਗ ਹੋਣਾ, ਕੋਈ ਚੀਜ਼ ਕਿਸੇ ਚੀਜ਼ ਦਾ ਆਪਾਂ ਕਿਸੇ ਪਰਸਨ ਨੂੰ ਕਹਿ ਦਿੰਦੇ ਹੀ ਇਜ਼ ਐਨ ਏਬਲ ਪਰਸਨ। ਸੋ ਏਬਲ ਜਿਹੜਾ ਵਾ ਇਹ ਕਿਸੇ ਦੀ ਖਾਸੀਅਤ ਆ। ਸੋ ਇਹ ਐਡਜੈਕਟਿਵ ਆ, ਮੈਂ ਇੱਥੇ ਇਹਨੂੰ ਏ ਦੇ ਦਿੰਦਾ, ਇਹ ਐਡਜੈਕਟਿਵ। ਸੋਲਵ ਵਰਬ, ਸੋਲਵ ਕਰਨਾ ਕੋਈ ਚੀਜ਼। ਐਬਿਲਿਟੀ, ਕਿਸੇ ਦੀ ਐਬਿਲਿਟੀ ਜਿਹੜੀ ਆ ਇਹ ਨਾਊਨ ਆ, ਕਿਸੇ ਦੀ ਯੋਗਤਾ ਇਹ ਬਿਲਕੁਲ ਨਾਊਨ ਆ। ਇਨੇਬਲ, ਤੁਸੀਂ ਫੋਨ ਦੇ ਵਿੱਚ ਵੇਖਿਆ ਹੋਣਾ ਕਿਸੇ ਚੀਜ਼ ਨੂੰ ਇਨੇਬਲ ਕਰਨਾ ਜਾਂ ਡਿਸੇਬਲ ਕਰਨਾ। ਸੋ ਇਨੇਬਲ ਜਿਹੜੀ ਆ ਇਹ ਵੀ ਵਰਬ ਆ। ਬਿਲੀਵ, ਕਿਸੇ ਤੇ ਬਿਲੀਵ ਕਰਨਾ, ਬਲੀਵਡ ਆਉਂਦਾ ਇਹਦੀ, ਸੋ ਦਿਸ ਇਜ਼ ਵਰਬ ਬਿਲੀਵ। ਸੋਲਿਊਸ਼ਨ, ਕੋਈ ਹੱਲ, ਇਹ ਨਾਊਨ ਹੈ। ਸੋਲਿਊਸ਼ਨ ਇੱਕ ਚੀਜ਼ ਦਾ ਨਾਮ ਆ, ਸੋ ਇਹ ਨਾਊਨ ਆਏਗਾ। ਫੂਲ ਵੀ ਇੱਕ ਨਾਊਨ ਆ। ਬਿਲੀਫ, ਬਿਲੀਫ ਦਾ ਮਤਲਬ ਵਿਸ਼ਵਾਸ, ਬਿਲੀਫ ਜਿਹੜਾ ਵਾ ਇਹ ਵੀ ਇੱਕ ਨਾਊਨ ਆ। ਬੇਫੂਲ, ਕਿਸੇ ਨੂੰ ਮੂਰਖ ਬਣਾਉਣਾ, ਇੱਕ ਵਰਬ ਆ। ਫੁਲਿਸ਼, ਫੁਲਿਸ਼ ਐਡਜੈਕਟਿਵ ਆ। ਕਿਸੇ ਬੰਦੇ ਦੇ ਨਾਲ ਅਸੀਂ ਫੁਲਿਸ਼ ਲਾ ਦਈਏ ਉਹਦੀ ਖਾਸੀਅਤ ਹੋ ਜਾਂਦੀ ਹੈ। ਸੋਲਿਊਬਲ, ਕੋਈ ਚੀਜ਼ ਜਿਹੜੀ ਜਿਹਦਾ ਹੱਲ ਨਿਕਲ ਸਕਦਾ ਹੋਵੇ, ਸੋ ਉਹਨੂੰ ਅਸੀਂ ਜਿਹੜੀ ਬਲੀਵੇਬਲ, ਸੋਲਿਊਬਲ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਆਉਂਦੀਆਂ ਜੇ ਐਡਜੈਕਟਿਵ ਦੇ ਵਿੱਚ। ਯੈਸ, ਇਹ ਸਾਰੇ ਐਡਜੈਕਟਿਵ ਨੇ। ਸੋ ਇਹ ਸੀ ਨਾਊਨ, ਵਰਬ ਐਂਡ ਐਡਜੈਕਟਿਵ। ਜਦੋਂ ਵੀ ਬੱਚਿਓ ਤੁਸੀਂ ਇਹਨਾਂ ਨੂੰ ਕਰਦੇ ਜਾਓਗੇ, ਜਦੋਂ ਵੀ ਕੋਈ ਵਰਡ ਆਵੇ ਗੂਗਲ ਨੂੰ ਪੁੱਛੋ, ਡਿਕਸ਼ਨਰੀ ਨੂੰ ਪੁੱਛੋ ਕਿ ਨਾਊਨ ਆ ਜਾਂ ਵਰਬ ਆ ਜਾਂ ਐਡਜੈਕਟਿਵ ਆ। ਮੈਂ ਹਰ ਵਾਰ ਕਹਿੰਦਾ ਜਦੋਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਵਰਡ ਦਾ ਕਿ ਇਹ ਐਡਜੈਕਟਿਵ ਆ, ਵਰਬ ਆ ਜਾਂ ਨਾਊਨ ਆ, ਕਿਉਂਕਿ ਵਰਬ ਦਾ ਮੀਨਿੰਗ ਤਾਂ ਸਾਨੂੰ ਵਰਡ ਦਾ ਪਤਾ ਲੱਗ ਜਾਏਗਾ, ਕੋਈ ਸ਼ੱਕ ਨਹੀਂ, ਪਰ ਜਦੋਂ ਤੱਕ ਉਹਦਾ ਇਹ ਨਹੀਂ ਪਤਾ ਲੱਗੇਗਾ ਕਿ ਇਹਦੀ ਵਰਤੋਂ ਕਿਵੇਂ ਕਰਨੀ ਹੈ। ਜੇ ਪਤਾ ਹੋਏਗਾ ਕਿ ਨਾਊਨ ਆ, ਵਰਬ ਆ, ਐਡਜੈਕਟਿਵ ਆ, ਇਸ ਚੀਜ਼ ਦਾ ਪਤਾ ਹੋਏਗਾ ਤਾਂ ਅਸੀਂ ਉਹਨੂੰ ਸਹੀ ਤਰੀਕੇ ਨਾਲ ਸੈਂਟੈਂਸ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਅਦਰਵਾਈਜ਼ ਕਿਸੇ ਵੀ ਇਹਨਾਂ ਚੀਜ਼ਾਂ ਤੋਂ ਪਤਾ ਨਾ ਹੋਵੇ ਤੇ ਅਸੀਂ ਉਹਨੂੰ ਯੂਜ਼ ਕਰਨ ਤੋਂ ਜਾਂ ਤਾਂ ਗਲਤ ਹੋ ਜਾਏਗਾ ਜਾਂ ਸਾਨੂੰ ਪਤਾ ਨਹੀਂ ਲੱਗੇਗਾ। ਸੋ ਸਭ ਤੋਂ ਜ਼ਰੂਰੀ ਕੀ ਆ, ਵੋਕੈਬਲਰੀ ਹੋਣਾ ਤੇ ਬੜਾ ਜ਼ਰੂਰੀ ਆ। ਵੋਕੈਬਲਰੀ ਦੇ ਨਾਲ ਵਰਡ ਦੀ ਜਿਹੜੀ ਉਹਦੀ ਖਾਸੀਅਤ ਕੀ ਆ, ਉਹ ਨਾਊਨ ਆ, ਵਰਬ ਆ, ਐਡਜੈਕਟਿਵ ਆ ਜਾਂ ਐਡਵਰਬ ਆ, ਉਹਦੀ ਉਹ ਜਿਹੜੀ ਇਹਦੀ ਨੇਚਰ ਹੈ ਵਰਡ ਦੀ, ਉਹਦਾ ਸਾਨੂੰ ਪਤਾ ਹੋਣਾ ਬੜਾ ਜ਼ਰੂਰੀ ਹੈ। ਸੋ ਇਹ ਸੀ ਸਾਡਾ ਜਿਹੜਾ ਚੈਪਟਰ 8th ਕਲਾਸ ਦਾ ਸੇ ਨੋ, ਜਿਹੜੀ ਸਟੋਰੀ ਆਪਾਂ ਪੜ੍ਹੀ ਹੈ ਉਹਦੀ ਐਕਸਰਸਾਈਜ਼ ਸੀ। ਅੱਜ ਦੀ ਇਹ ਐਕਸਰਸਾਈਜ਼ ਜਿਹੜੀ ਅਸੀਂ ਇੱਥੇ ਕੰਪਲੀਟ ਕਰਦੇ ਹਾਂ। ਜੇਕਰ ਤੁਹਾਨੂੰ ਲੈਕਚਰ ਵਧੀਆ ਲੱਗਾ, ਕੋਈ ਸਮਝ ਆਈ ਆ ਤੇ ਤੁਸੀਂ ਲਾਈਕ ਦਾ ਬਟਨ ਨੱਪੋ ਅਤੇ ਨਾਲ ਹੀ ਆਪਣੇ ਫਰੈਂਡਸ ਨੂੰ ਵੀ ਸ਼ੇਅਰ ਕਰੋ। ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।